ਅੱਜ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਹਜ਼ੂਰ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਅੰਮ੍ਰਿਤ ਬਚਨ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਜੀ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਇੱਕ ਤਾਂ ਨੇਮ ਅਨੁਸਾਰ ਇਸ ਅੰਮ੍ਰਿਤ ਬਚਨ ਦੀ ਵਿਚਾਰ ਆਪਾਂ ਕਰਾਂਗੇ। ਦੂਸਰਾ, ਸਾਧ ਸੰਗਤ ਜੀ, ਅੱਜ ਸਮੁੱਚੇ ਖਾਲਸਾ ਪੰਥ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਸਮੁੱਚੇ ਬੱਚਿਆਂ ਨੂੰ, ਅੰਮ੍ਰਿਤਧਾਰੀ ਗੁਰਸਿੱਖਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਅੱਜ ਸਨਮਾਨਯੋਗ ਮਾਤਾ ਸਾਹਿਬ ਕੌਰ ਜੀ ਦਾ ਜਨਮ ਦਿਹਾੜਾ ਹੈ। ਦੂਸਰਾ, ਨਵੰਬਰ ਦੀ 3 ਤਰੀਕ ਹੈ। 31 ਅਕਤੂਬਰ ਨੂੰ ਭਾਣਾ ਵਾਪਰਿਆ। ਸ਼ਬਦ ਮੈਂ ਉਸ ਦਿਨ ਵੀ ਅਰਜ਼ ਕੀਤੇ ਸਨ, ਪਰ ਅੱਜ ਫਿਰ ਉਸ ਮੌਤ ਤੋਂ ਬਾਅਦ ਦਿੱਲੀ ਦੇ ਤਖਤ ਤੇ ਬੈਠੀ ਹੋਈ, ਜੋ ਆਪਣੇ ਆਪ ਨੂੰ ਬਹੁਤ ਕੁਝ ਸਮਝਦੀ ਸੀ, ਉਸ ਦੀ ਮੌਤ ਤੋਂ ਬਾਅਦ ਜੋ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ, ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ, ਮੈਂ ਮਹਾਰਾਜ ਦੀ ਹਜ਼ੂਰੀ 'ਚ ਬੈਠਾ, ਕਿਸੇ ਤੋਂ ਪ੍ਰੇਰਿਤ ਸ਼ਬਦ ਨਹੀਂ ਮੈਂ ਕਹਿ ਰਿਹਾ, ਕੋਈ ਮੇਰੇ ਪਿੱਛੇ ਧੜਾ ਕੋਈ ਇਨਸਾਨ ਨਹੀਂ, ਪਰ ਸੱਚ ਇਹ ਵੀ ਕੱਲ ਪ੍ਰਕਰਮਾਂ 'ਚ ਜਦੋਂ ਦਾਸ ਸੇਵਾ ਕਰ ਰਿਹਾ ਸੀ ਤੇ ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸਨ, ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆਇਆ। ਉਹਨਾਂ ਨੂੰ ਆਪਾਂ ਅੱਜ ਜ਼ਰੂਰ ਯਾਦ ਕਰਨਾ ਹੈ। ਸ਼ਬਦ ਦੀ ਵਿਚਾਰ, ਮਾਤਾ ਸਾਹਿਬ ਜੀ ਦਾ ਜੀਵਨ ਤੇ ਉਹਨਾਂ ਨੂੰ ਸ਼ਰਧਾ ਦੇ ਸੁਮਨ ਆਪਾਂ ਭੇਟ ਜ਼ਰੂਰ ਕਰਨੇ ਨੇ, ਜਿਹੜੇ ਉਸ ਨਸਲਕੁਸ਼ੀ ਦੇ ਵਿੱਚ ਬੱਚੇ, ਬਜ਼ੁਰਗ, ਬੀਬੀਆਂ, ਉਹਨਾਂ ਨੂੰ ਆਪਾਂ ਯਾਦ ਜ਼ਰੂਰ ਕਰੀਏ। ਆਓ ਜੀ, ਮੈਂ ਤਾਂ ਵਿਸ਼ੇ ਪਹਿਲਾਂ ਹੀ ਅਰਜ਼ ਕਰ ਦਿੱਤੇ ਨੇ। ਪਹਿਲਾਂ ਆਪਾਂ ਜੋ ਸਤਿਗੁਰਾਂ ਨੇ ਅੰਮ੍ਰਿਤ ਸ਼ਬਦ ਬਖਸ਼ਿਸ਼ ਕੀਤਾ ਹੈ, ਇਸ ਦੀ ਵਿਚਾਰ ਕਰਾਂਗੇ। ਆਪ ਜਿਤਨੇ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਸੁਭਾਏਮਾਨ ਹੋ, ਕਿਰਪਾ ਕਰੋ, ਅਸੀਸ ਬਖਸ਼ੋ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਸੋਰਠ ਰਾਗ ਹੈ ਔਰ ਅੰਮ੍ਰਿਤ ਸ਼ਬਦ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਿਤਾ ਜੀ ਮਹਾਰਾਜ, ਜਿਨ੍ਹਾਂ ਦੀ ਸਿਫਤ ਵਿੱਚ ਭੱਟ ਸਾਹਿਬਾਨ ਜੀ ਨੇ ਔਰ ਸਤਿਗੁਰੂ ਜੀ ਦੇ ਰਬਾਬੀ ਗੁਰਸਿੱਖਾਂ ਨੇ ਅੰਮ੍ਰਿਤ ਬਚਨ ਉਚਾਰਨ ਕੀਤੇ ਨੇ। ਬਾਬਾ ਸੱਤਾ ਜੀ, ਉਹ ਆਪਣੀ ਰਸਨਾ ਤੋਂ ਇੱਕ ਬਚਨ ਕਹਿੰਦੇ ਨੇ, ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ, ਪਿਓ ਦਾਦੇ ਜੇ ਵਿਹਾ ਪੋਤਰਾ ਪਰਵਾਨ। ਕਿ ਧੰਨ ਗੁਰੂ ਅਮਰਦਾਸ ਸੱਚੇ ਪਿਤਾ ਜੀ, ਆਪ ਜੀ ਦੇ ਮਸਤਕ ਤੇ ਜੋ ਨੂਰ ਹੈ, ਜੋ ਆਪ ਜੀ ਦਾ ਬਹਿਣਾ ਸਿੰਘਾਸਨ ਹੈ, ਤੇ ਜਿਸ ਦਰਬਾਰ ਵਿੱਚ ਆਪ ਜੀ ਸ਼ੋਭਾਏਮਾਨ ਹੋ, ਇਹ ਮਸਤਕ ਦਾ ਨੂਰ, ਆਪ ਜੀ ਦਾ ਸਿੰਘਾਸਨ ਤੇ ਆਪ ਜੀ ਦਾ ਦਰਬਾਰ ਜੋ ਹੈ, ਉਹ ਉਹੀ ਹੈ ਜਿਹੜਾ ਆਪ ਜੀ ਦੇ ਪਿਤਾ ਜੀ ਦਾ ਦਰਬਾਰ ਨੂਰ ਤੇ ਸਿੰਘਾਸਨ ਸੀ। ਜਿਹੜਾ ਆਪ ਜੀ ਦੇ ਦਾਦੇ ਦਾ ਮਸਤਕ ਦਾ ਨੂਰ
ਸਿੰਘਾਸਨ ਤੇ ਦਰਬਾਰ ਸੀ। ਕੌਣ ਜੀ? ਪਿਤਾ ਜੀ ਕੌਣ? ਉਂਝ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਗੁਰੂ ਅਮਰਦਾਸ ਜੀ ਦੇ ਸਨਮਾਨਯੋਗ ਪਿਤਾ ਜੀ ਦਾ ਜ਼ਿਕਰ ਹੁੰਦਾ ਹੈ, ਤੇਜੋ ਤਨਾ ਭੱਟ ਸਾਹਿਬ ਵਰਦੇ ਆ। ਪਰ ਉੱਥੇ ਜਦੋਂ ਰੂਹਾਨੀ ਤੌਰ ਤੇ ਸ਼ਬਦ ਵਰਤੇ ਤੇ ਗੁਰੂ ਅਮਰਦਾਸ ਜੀ ਨੂੰ ਪੋਤਾ ਕਿਹਾ, ਧੰਨ ਗੁਰੂ ਨਾਨਕ ਦੇਵ ਜੀ ਦਾ। ਗੁਰੂ ਅਮਰਦਾਸ ਜੀ ਦਾ ਪਿਤਾ ਕਿਹਾ ਗਿਆ, ਧੰਨ ਗੁਰੂ ਅੰਗਦ ਦੇਵ ਜੀ ਨੂੰ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜੇ ਵਿਹਾਰ, ਪੋਤਾ ਪ੍ਰਵਾਨ। ਦੋ ਵਾਰੀ ਹੁੰਦਾ ਜੀ ਪੋਤਰਾ ਪ੍ਰਵਾਨ। ਇਹਦੇ ਵਿੱਚ ਬਾਬਾ ਸੱਤਾ ਜੀ ਨੇ ਇੱਕ ਬਚਨ ਕਿਹਾ, ਕਿਉਂਕਿ ਥੋੜੀ ਜਿਹੀ ਆਪਾਂ ਸਿਫਤ ਗੁਰੂ ਅਮਰਦਾਸ ਜੀ ਦੀ ਕਰ ਲਈਏ ਜੀ। ਪੁਰਾਣੇ ਸਮੇਂ ਸਾਡੇ ਚਲੋ ਪੜ੍ਹਨਾ ਤਾਂ ਉਹੀ ਚਾਹੀਦਾ ਜੋ ਇਹ ਹੁਕਮਨਾਮਾ ਹੈ ਉਸ ਤਰ੍ਹਾਂ। ਪੁਰਾਤਨ ਸਮੇਂ ਕਈ ਵਾਰੀ ਪਿੰਡਾਂ 'ਚ ਗ੍ਰੰਥੀ ਸਾਹਿਬ ਜਦੋਂ ਹੁਕਮਨਾਮਾ ਲੈਂਦੇ ਸਨ ਤੇ ਜਿਹੜਾ ਮਹੱਲਾ ਹੁੰਦਾ ਸੀ ਨਾ, ਉਹ ਆਪਣੀ ਰਸਨਾ ਤੋਂ ਸ਼ਬਦ ਕਹਿ ਦਿੰਦੇ ਸਨ। ਜਿਵੇਂ ਮੈਂ ਫਿਰ ਕਹਾਂਗਾ ਇਹ ਮਰਿਆਦਤ ਨਹੀਂ, ਪਰ ਪਤਾ ਨਹੀਂ ਉਹ ਸ਼ਬਦ ਲਈ ਕਹਿੰਦੇ ਹੋਣਗੇ ਧੰਨ ਧੰਨ ਗੁਰੂ ਅਮਰਦਾਸ ਜੀ ਜਾਂ ਧੰਨ ਧੰਨ ਗੁਰੂ ਅਰਜੁਨ ਦੇਵ ਜੀ। ਇਸ ਕਰਕੇ ਮੇਰੀ ਬੇਨਤੀ ਹੈ, ਅਸੀਂ ਬਾਣੀ ਰੂਪ ਵਿੱਚ ਸਿਫਤ ਕਰ ਰਹੇ ਹਾਂ। ਬਾਬਾ ਸੱਤਾ ਜੀ ਕਹਿੰਦੇ ਨੇ ਕਿ ਗੁਰੂ ਅਮਰਦਾਸ ਉਸ ਅਡੋਲ ਪਹਾੜ ਦੀ ਤਰ੍ਹਾਂ ਨੇ, ਜਿਵੇਂ ਝੱਖੜ ਆਵੇ, ਮੀਂਹ ਆਵੇ, ਹਨੇਰੀ ਆਵੇ, ਪਹਾੜ ਕਦੀ ਨਹੀਂ ਡੋਲਦਾ। ਤੀਸਰੇ ਗੁਰਦੇਵ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਇਸ ਝੱਖੜ ਵਿੱਚ ਵੀ ਅਡੋਲ ਨੇ। ਝੱਖੜ ਵਾਓ ਨਾ ਡੋਲਈ, ਪਰਬਤ ਮੇਰਾਨ, ਜਾਣੇ ਬਿਰਥਾ ਜੀ ਕੀ, ਜਾਣੀ ਕੋ ਜਾਣ, ਕਿਆ ਸਾਹ ਲਾਹੀਂ ਸੱਚੇ ਪਾਤਸ਼ਾਹ, ਜਾਂ ਤੂੰ ਸੁਗੜ ਸੁਜਾਨ। ਉਹਨਾਂ ਨੇ ਇੱਕ ਹੋਰ ਬਚਨ ਕਿਹਾ ਜਿਹੜਾ ਮੈਂ ਆਪ ਨੂੰ ਖਾਸ ਕਰਕੇ ਅਰਜ਼ ਕਰਨੀ। ਸਭ ਨੂੰ ਪਤਾ ਹੈ ਕਿ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਗੁਰੂ ਘਰ ਰੁਸੇਵਾ ਕਰਕੇ ਚਲੇ ਗਏ ਸਨ। ਪਰ ਇਸ ਪੌੜੀ 'ਚ ਜੋ ਗੁਰੂ ਅਮਰਦਾਸ ਜੀ ਦੀ ਸਿਫਤ ਹੈ, ਉਸ ਵਿੱਚ ਭਾਈ ਸੱਤਾ ਜੀ ਬਚਨ ਕਰਦੇ ਨੇ, ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ। ਫਿਰ ਬੇਨਤੀ ਸੁਣੋ, ਕਹਿੰਦੇ ਸਾਡੀ ਕੋਈ ਸ਼ਰਤ ਨਹੀਂ, ਸਾਡੀ ਕੋਈ ਮੰਗ ਨਹੀਂ, ਅਸਾਂ ਨੇ ਤੁਹਾਡੇ ਤੋਂ ਕੁਛ ਨਹੀਂ ਮੰਗਣਾ। ਹੇ ਧੰਨ ਗੁਰੂ ਅਮਰਦਾਸ ਜੀ, ਸੱਤੇ ਦੀ ਝੋਲੀ ਵਿੱਚ ਜਿਹੜੀ ਦਾਤ ਤੁਸੀਂ ਪਾ ਦਿਓਗੇ ਨਾ, ਤੁਹਾਡੀ ਹਰ ਦਾਤ ਹੀ ਸਾਡੇ ਲਈ ਰਹਿਮਤਾਂ ਵਾਲੀ ਹੈ। ਐਸੇ ਦੀਨ ਦਿਆਲ ਧੰਨ ਗੁਰੂ ਅਮਰਦਾਸ ਜੀ ਹਜ਼ੂਰ ਨੇ ਆਪਣੀ ਮੁਬਾਰਕ ਰਸਨਾ ਤੋਂ 17 ਰਾਗਾਂ ਦੇ ਵਿੱਚ ਅੰਮ੍ਰਿਤ ਬਾਣੀ ਉਚਾਰਨ ਕੀਤੀ। ਉਹਨਾਂ 17 ਰਾਗਾਂ ਵਿੱਚੋਂ ਰਾਗ ਸੋਰਠ, ਇਸ ਵਿੱਚ ਅੱਜ ਸਤਿਗੁਰਾਂ ਨੇ ਸਮੁੱਚੀ ਮਾਨਵਤਾ ਨੂੰ ਇਹ ਉਪਦੇਸ਼ ਦ੍ਰਿੜ ਕਰਾਇਆ ਹੈ। ਬਿਨ ਸਤਿਗੁਰ ਸੇਵੇ ਬਹੁਤਾ ਦੁਖ ਲਾਗਾ। ਅੱਜ ਇਹ ਸ਼ਬਦ ਅਰਦਾਸ ਰੂਪ ਹੈ ਆਰੰਭ ਵਿੱਚ। ਬਿਨ ਸਤਿਗੁਰ ਸੇਵੇ, ਇਹਦਾ ਅਰਥ ਹੋ ਗਿਆ ਜੀ ਬਿਨਾਂ ਸਤਿਗੁਰਾਂ ਦੀ ਸੇਵਾ ਕਰਨ ਤੋਂ। ਫਿਰ ਬੇਨਤੀ, ਇਸ ਜੀਵ ਦੀ ਹਾਲਤ ਕੀ ਹੁੰਦੀ ਹੈ? ਸਤਿਗੁਰੂ ਦੀ ਸੇਵਾ ਤੋਂ ਬਿਨਾਂ, ਸਤਿਗੁਰੂ ਨੂੰ ਧਾਰਨ ਕਰਨ ਤੋਂ ਬਿਨਾਂ। ਪਿਛਲੇ ਦਿਨਾਂ ਤੋਂ ਵੇਖੋ ਨਿਰੰਤਰ ਇਹ ਪ੍ਰਸੰਗ ਚੱਲ ਰਿਹਾ ਗੁਰੂ ਜੀ ਵਾਲਾ। 2 ਵਾਰੀ ਤਾਂ ਇਹ ਹੁਕਮਨਾਮਾ ਆ ਗਿਆ, ਫਿਰਤ ਫਿਰਤ ਭੇਟੇ ਜਨ ਸਾਧੂ। ਅੱਜ ਫਿਰ ਸਤਿਗੁਰੂ ਜੀ ਬਚਨ ਕਰ ਰਹੇ ਨੇ, ਸਤਿਗੁਰੂ ਨੂੰ ਸੇਵਨ ਤੋਂ ਬਿਨਾਂ, ਸਤਿਗੁਰੂ ਦੇ ਹੋਣ ਤੋਂ ਬਿਨਾਂ, ਸਤਿਗੁਰੂ ਧਾਰਨ ਕਰਨ ਤੋਂ ਬਿਨਾਂ ਜੁਗ ਚਾਰੇ ਪਰਮਾਈ। ਬਹੁਤਾ ਦੁੱਖ ਲੱਗਾ, ਬੜਾ ਦੁੱਖ ਲੱਗਦਾ ਜੀ, ਅੰਦਰ ਨੂੰ ਸਕੂਨ ਨਹੀਂ ਮਿਲਦਾ। ਜੁਗ ਚਾਰੇ ਪਰਮਾਈ। ਹੁਣ 4 ਯੁਗ, ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ ਆਪਾਂ ਕਹਿੰਦੇ। ਇਹਦੇ ਸਿੱਧੇ ਅਰਥ ਆਪਾਂ 4 ਯੁਗਾਂ ਦੇ ਇਹ ਕਰਾਂਗੇ ਹਰ ਸਮੇਂ। ਇਹਦਾ ਮਤਲਬ ਫਿਰ ਧਿਆਨ ਨਾਲ ਸੁਣਿਓ। ਜੁਗ ਚਾਰੇ ਪਰਮਾਈ, ਸਤਯੁਗ ਹੋਵੇ, ਬੜਾ ਚੰਗਾ ਯੁਗ ਲੋਕ ਕਹਿੰਦੇ ਸਨ, ਤ੍ਰੇਤਾ ਹੋਵੇ, ਦੁਆਪਰ ਹੋਵੇ ਤੇ ਭਾਵੇਂ ਕਲਯੁਗ ਹੋਵੇ। ਯੁਗ ਕੋਈ ਵੀ ਹੋਵੇ, ਪਰ ਬੰਦੇ ਦੀ ਬੰਦ ਖਲਾਸੀ ਤਾਂ ਹੋਵੇਗੀ ਜੇ ਸਤਿਗੁਰੂ ਵਾਲਾ ਬਣੇਗਾ। ਸਿੱਧੀ ਬਾਤ ਕਿ ਹਰ ਸਮੇਂ, ਹਰ ਯੁੱਗ ਦੇ ਵਿੱਚ ਬੰਦਾ ਉਹ ਭਟਕਦਾ ਰਹਿੰਦਾ ਹੈ, ਉਹਨੂੰ ਟਿਕਾ ਨਹੀਂ ਮਿਲਦਾ ਜਿਹਨੇ ਸਤਿਗੁਰੂ ਨੂੰ ਧਾਰਨ ਨਹੀਂ ਕੀਤਾ। ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਈ। ਇਹ 4 ਯੁਗ ਹੀ ਉਹ ਭਟਕਦਾ ਰਹਿੰਦਾ ਹੈ। ਹਮ ਦੀਨ ਤੁਮ ਜੁਗ ਜੁਗ ਦਾਤੇ। ਹੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ, ਪਰਮਾਤਮਾ ਜੀ, ਹਮ ਦੀਨ, ਅਸੀਂ ਗਰੀਬ ਖਾਂ, ਅਸੀਂ ਆਜਿਜ਼ ਖਾਂ, ਤੇ ਤੁਸੀਂ ਮੰਗਤਿਆਂ ਦੀ ਝੋਲੀ ਵਿੱਚ ਹਰ ਯੁੱਗ ਵਿੱਚ ਹੀ ਤੁਸੀਂ ਦਾਤ ਪਾਉਂਦੇ ਹੋ। ਇੱਥੇ ਫਿਰ ਅਰਜ਼ ਸੁਣਿਓ, ਕਿਸੇ ਯੁੱਗ ਵਿੱਚ ਅਵਤਾਰ ਦੀ ਗੱਲ ਨਹੀਂ ਕਰ ਰਹੇ।
ਅਸੀਂ ਗਰੀਬ ਖਾਂ, ਮੰਗਤੇ ਖਾਂ, ਆਜਿਜ਼ ਖਾਂ, ਤੇ ਆਪ ਜੀ ਹਰ ਯੁੱਗ ਵਿੱਚ, ਸਤਯੁਗ ਹੋਵੇ, ਤ੍ਰੇਤਾ ਹੋਵੇ, ਕੋਈ ਵੀ ਹੋਵੇ, ਹਰ ਯੁੱਗ ਦੇ ਵਿੱਚ ਦਾਤਾਂ ਦੇਣ ਵਾਲਾ ਕੋਈ ਹੋਰ ਅਵਤਾਰ ਨਹੀਂ, ਕੇਵਲ ਕਰਤਾ ਪੁਰਖ ਵਾਹਿਗੁਰੂ ਜੀ ਹੈ। ਹਰ ਯੁੱਗ ਵਿੱਚ ਦਾਤਾਂ ਤੁਸੀਂ ਦਿੰਦੇ ਹੋ। ਹਮ ਦੀਨ, ਅਸੀਂ ਗਰੀਬ ਖਾਂ, ਤੁਮ ਜੁਗ ਜੁਗ ਦਾਤੇ, ਹਰ ਯੁੱਗ ਵਿੱਚ ਤੁਸੀਂ ਦਾਤ ਦੇਣ ਵਾਲੇ ਦਾਤੇ ਹੋ। ਸਭ ਦੇ ਦੇਹ 부ਝਾਈ। ਹੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰੋ, ਸਾਨੂੰ ਸ਼ਬਦ ਦੀ ਕਿਰਪਾ ਨਾਲ ਅੰਦਰ ਦੀ ਸੋਝੀ ਬਖਸ਼ ਦੇਵੋ। ਹਰ ਜੀਓ ਕਿਰਪਾ ਕਰੋ ਤੁਮ ਪਿਆਰੇ। ਹੁਣ ਰਹਾਉ ਦੀਆਂ ਤੁਕਾਂ ਸਤਿਗੁਰੂ ਜੀ ਆਰੰਭ ਕਰਦੇ ਨੇ। ਹਰ ਜੀਓ, ਹਰੀ ਜੀ, ਵਾਹਿਗੁਰੂ ਜੀ, ਪਰਮੇਸ਼ਵਰ ਜੀ ਸੰਬੋਧਨ ਕਰਕੇ, ਹਰ ਜੀਓ ਕਿਰਪਾ ਕਰੋ ਤੁਮ ਪਿਆਰੇ। हे ਪਿਆਰੇ ਵਾਹਿਗੁਰੂ ਜੀਓ, ਪਰਮੇਸ਼ਵਰ ਜੀਓ, ਤੁਸੀਂ ਅਸਾਂ ਉੱਤੇ ਕਿਰਪਾ ਕਰੋ। ਸਤਿਗੁਰ ਦਾਤਾ ਮੇਲ ਮਿਲਾਵੋ। ਇਹ ਬਖਸ਼ਿਸ਼ ਕਰੋ ਜੀ, ਸਾਨੂੰ ਸਤਿਗੁਰੂ ਦਾਤਾ ਮਿਲਾ ਦਿਓ। ਫਿਰ ਅਰਜ਼ ਸੁਣਿਓ ਅੱਜ ਧਿਆਨ ਨਾਲ ਜੀ। ਪਹਿਲੀ ਤੁਕ ਹੈ, ਬਿਨ ਸਤਿਗੁਰ ਸੇਵੇ ਬਹੁਤਾ ਦੁਖ ਲਾਗਾ, ਜੁਗ ਚਾਰੇ ਪਰਮਾਈ, ਹਮ ਦੀਨ ਤੁਮ ਜੁਗ ਜੁਗ ਦਾਤੇ, ਸ਼ਬਦੇ ਦੇਖੋ ਬੁਝਾਈ। ਹੁਣ ਮਹਾਰਾਜ ਕਹਿੰਦੇ, ਖਰੀ ਜੀ ਤੁਸੀਂ ਕਿਰਪਾ ਕਰੋ, ਸਾਨੂੰ ਸਤਿਗੁਰੂ ਦਾਤਾ ਮਿਲਾ ਦੇਵੋ, ਸਤਿਗੁਰੂ ਜਾ ਮਿਲਾਪ ਕਰਾ ਦੇਵੋ। ਹਰ ਨਾਮ ਦੇਵੋ ਆਧਾਰੇ। ਤੇ ਜਿਹੜਾ ਸਾਡੀ ਜ਼ਿੰਦਗੀ ਦਾ ਆਧਾਰ ਹੈ, ਜਿਹਦੇ ਆਸਰੇ ਤੇ ਸਲੋਕ ਵੀ ਜੀਣਾ, ਜਿਹਦੇ ਆਸਰੇ ਵਿੱਚ ਪਰਲੋਕ ਵੀ ਜਾਣਾ ਹੈ, ਤੁਸੀਂ ਜ਼ਿੰਦਗੀ ਦਾ ਆਧਾਰ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਸਾਨੂੰ ਬਖਸ਼ ਦਿਓ। ਕਿਰਪਾ ਕਰੋ, ਸਾਨੂੰ ਸਤਿਗੁਰੂ ਮਿਲਾ ਦਿਓ। ਸਤਿਗੁਰੂ ਸਾਨੂੰ ਉਹ ਨਾਮ ਦੀ ਦਾਤ ਬਖਸ਼ ਦੇਣ ਜਿਹੜਾ ਸਾਡੀ ਜ਼ਿੰਦਗੀ ਦਾ ਆਧਾਰ ਹੈ। ਇਹ ਰਹਾਉ ਦੀਆਂ ਤੁਕਾਂ ਨੇ। ਫਿਰ ਮੈਂ ਆਪ ਨੂੰ ਇੱਕ ਅਰਜ਼ ਕਰਦਿਆਂ, ਕੱਲ ਵੀ ਪ੍ਰਕਰਨ ਚੱਲਿਆ ਸੀ ਜੀ ਪਿਆਰਿਓ, ਸਤਿਗੁਰੂ ਜੀ ਤੋਂ ਬੇਮੁਖ ਹੋ ਕੇ, ਸਤਿਗੁਰੂ ਨਾਂ ਧਾਰਨ ਕਰਕੇ ਇਸ ਜਿੰਦ ਦਾ ਕੋਈ ਵੀ ਟਿਕਾਣਾ ਨਹੀਂ। ਗੁਰੂ ਅਮਰਦਾਸ ਜੀ ਦੇ ਦੋ ਬਚਨ ਅਸੀਂ ਆਨੰਦ ਸਾਹਿਬ ਜੀ ਦੀ ਬਾਣੀ ਵਿੱਚ ਪੜ੍ਹਨੇ ਆ। ਉਸ ਵਿੱਚ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਇੱਕ ਬਚਨ ਤਾਂ ਇਹ ਕੀਤਾ ਹੈ ਕਿ ਜਿਹੜਾ ਇਨਸਾਨ ਸਤਿਗੁਰੂ ਜੀ ਦੇ ਸਨਮੁਖ ਰਹਿੰਦਾ ਹੈ, ਸਨਮੁਖ ਰਹਿਣ ਵਾਲੇ ਦੀ ਪਰਿਭਾਸ਼ਾ ਦਿੱਤੀ ਹੈ। ਦੂਸਰੇ ਬਚਨ ਵਿੱਚ ਸਤਿਗੁਰਾਂ ਨੇ ਜਿਹੜਾ ਬੰਦਾ ਭਟਕ ਕੇ ਗੁਰੂ ਤੋਂ ਬੇਮੁਖ ਹੋ ਗਿਆ ਹੈ, ਉਸ ਦੀ ਤਰਾਸਦੀ ਦਾ ਜ਼ਿਕਰ ਕੀਤਾ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਇਹ ਬਚਨ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਨੈ, ਗੁਰ ਬਿਨ ਅਵਰ ਨ ਜਾਣੈ ਕੋਏ, ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਫਿਰ ਇਸ ਬੇਨਤੀ ਨੂੰ ਤੁਮ ਸੁਣਿਓ। ਇੱਥੇ ਜਿਹੜੇ ਸ਼ਬਦ ਵਰਤੇ, ਇੱਕ ਤਾਂ ਸਨਮੁਖ ਦਾ ਅਰਥ ਹੈ ਕਿ ਜਿਹੜੇ ਅਸੀਂ ਸਾਹਮਣੇ ਬੈਠਨੇ ਆ, ਆਪਾਂ ਕਹਿੰਦੇ ਆਪਾਂ ਸਨਮੁਖ ਬੈਠੇ ਹਾਂ, ਗੁਰੂ ਜੀ ਦੇ ਸਾਹਮਣੇ ਬੈਠੇ ਹਾਂ। ਪਰ ਧੰਨ ਗੁਰੂ ਅਮਰਦਾਸ ਜੀ ਸਨਮੁਖ ਸਿੱਖ ਦੀ ਜਿਹੜੀ ਪਰਿਭਾਸ਼ਾ ਹੈ, ਸਨਮੁਖ ਸਿੱਖ ਕੌਣ ਹੈ, ਉਹਦੇ ਲਈ 3-4 ਬਚਨ ਕਹਿੰਦੇ ਪਏ ਆ। ਪਹਿਲੀ ਗੱਲ, ਕੇਵਲ ਸਰੀਰਕ ਤੌਰ ਤੇ ਸਾਹਮਣੇ ਬਹਿਣਾ ਹੀ ਸਨਮੁਖ ਦੀ ਵਿਆਖਿਆ ਨਹੀਂ। ਇਹ ਹੈ ਇੱਕ ਪਾਸਾ ਕਿ ਦ੍ਰਿਸ਼ਟਮਾਨ ਵੀ ਸਤਿਗੁਰੂ ਦੇ ਸਾਹਮਣੇ ਬਹਿਣਾ। ਅਸਲ ਵਿੱਚ ਸਤਿਗੁਰੂ ਕਹਿੰਦੇ ਨੇ, ਜਿਹੜਾ ਸਿੱਖ ਆਪਣੀ ਹਿਰਦੇ ਵਿੱਚ ਗੁਰੂ ਦੇ ਚਰਨ ਨੂੰ ਧਾਰਨ ਕਰ ਲੈ, ਜਿਹੜਾ ਸਿੱਖ ਆ ਪਰਮਾਤਮਾ ਸਤਿਗੁਰੂ ਤੋਂ ਬਿਨਾਂ ਕਿਸੇ ਹੋਰ ਦਾ ਸਹਾਰਾ ਨਾ ਲੈ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ, ਜਿੰਦ ਤੋਂ ਆਪਣੇ ਅੰਤਰਾਤਮੇ ਤੋਂ ਸਤਿਗੁਰੂ ਦੇ ਸਾਹਮਣੇ ਰਹੇ, ਉਹ ਹੀ ਸਨਮੁਖ ਹੈ। ਫਿਰ ਅਰਜੀ ਸਰੀਰਕ ਤੌਰ ਤੇ ਸਾਹਮਣੇ ਬਹਿਣਾ, ਪਰ ਰੂਹਾਨੀ ਤੌਰ ਤੇ ਜਿਹੜਾ ਬੰਦਾ ਜਿਉਂ ਗੁਰੂ ਦੇ ਨਾਲ ਰਹਿੰਦਾ ਹੈ। ਫਿਰ ਅਰਜ ਹੈ ਕਿ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਰਹੇ ਗੁਰ ਨਾਲੇ। ਦੂਜਾ ਕੰਮ, ਗੁਰ ਕੇ ਚਰਨ ਹਿਰਦੈ ਧਿਆਏ। ਇੱਕ ਤਾਂ ਜਿਉ ਨਾਲੇ ਰਹਿ, ਦੂਜਾ ਗੁਰੂ ਜੀ ਦੇ ਚਰਨਾਂ ਨੂੰ ਆਪਣੀ ਹਿਰਦੇ ਤੋਂ, ਸ਼ਬਦ ਗੁਰੂ ਦੇ ਨੂੰ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ। ਪਿਆਰਿਓ, ਜਿਹੜਾ ਅੰਦਰ ਸ਼ਬਦ ਨੂੰ ਸੰਭਾਲਦਾ ਪਿਆ ਹੈ, ਇਹ ਦੋ ਗੁਣ ਹੋ ਗਏ। ਜਿਉਂ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੇ 'ਚ ਧਾਰਨ ਕਰੇ, ਅੰਤਰ ਆਤਮੇ ਸੰਭਾਲ ਲੈ। ਤੀਜਾ, ਆਪ ਛੱਡ ਸਦਾ ਰਹਿ ਪਰਣੈ,
ਆਪਣੀ ਖੌਮੇ ਨੂੰ ਤਿਆਗ ਦੇਵੇ ਤੇ ਪਰਮਾਤਮਾ ਸਤਿਗੁਰੂ ਦੇ ਪਰਨੇ ਜ਼ਿੰਦਗੀ ਬਤੀਤ ਕੀਤੇ ਕਰੇ ਆਸਰੇ। ਆਪ ਛੱਡ ਸਦਾ ਰਹਿ ਪਰਨੇ, ਗੁਰ ਬਿਨ ਅਵਰ ਨਾ ਜਾਣੈ ਕੋਏ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਹੁਣ ਇਸ ਤੋਂ ਅੱਗੇ ਜਿਹੜੀ ਅਸੀਂ ਦੂਸਰੀ ਪੌੜੀ ਪੜ੍ਹਨੇ ਆ, ਉਹਦੇ ਵਿੱਚ ਸਤਿਗੁਰਾਂ ਨੇ ਨਾ ਜੀ ਵੇਮੁਖ ਦਾ ਜ਼ਿਕਰ ਕੀਤਾ ਹੈ, ਪਰ ਬੜੀ ਰਮਜ ਪਾ ਦਿੱਤੀ ਉਹਦੇ 'ਚ। ਇਸ ਪੌੜੀ 'ਚ ਸਨਮੁਖ ਨਾਲ ਲਫ਼ਜ਼ ਸਿੱਖ ਵਰਤਿਆ, ਅਗਲੀ ਪੌੜੀ 'ਚ ਬੇਮੁਖ ਵਰਤਿਆ ਪਰ ਸਿੱਖ ਨਹੀਂ ਵਰਤਿਆ। ਫਿਰ ਮੇਰੀ ਬੇਨਤੀ ਸੁਣਿਓ, ਪਹਿਲੀ ਪੌੜੀ ਹੈ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਅਗਲੀ ਪੌੜੀ ਹੈ ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ। ਫਿਰ ਬੇਨਤੀ ਸੁਣਿਓ, ਇਹਦਾ ਮਤਲਬ ਇੰਨਾ ਰਮਜ ਭਰਿਆ ਸ਼ਬਦ ਸਿੱਖ ਹੀ ਸਨਮੁਖ ਹੁੰਦਾ ਹੈ। ਜਿਹੜਾ ਬੰਦਾ ਬੇਮੁਖ ਹੀ ਹੋ ਗਿਆ ਹੈ, ਉਹਦੇ ਤੇ ਤਾਂ ਸਿੱਖ ਦੀ ਪਰਿਭਾਸ਼ਾ ਢੁਕਦੀ ਕੋਈ ਨਹੀਂ। ਕਿ ਵੀ ਆਪਾਂ ਕਹਿੰਦੇ ਆ ਇਹ ਪਤਤ ਸਿੱਖ ਹੈ, ਮੈਨੂੰ ਬਖਸ਼ ਦਿਆ। ਜਿਹੜਾ ਪਤਤ ਹੋ ਗਿਆ ਸਿੱਖ ਕਾਹਦਾ ਜੀ? ਜਿਹੜਾ ਹੋਈ ਬੇਮੁਖ ਗਿਆ। ਇੱਥੇ ਸਤਿਗੁਰਾਂ ਨੇ ਸਨਮੁਖ ਨੂੰ ਸਿੱਖ ਹੈ, ਬੇਮੁਖ ਲਈ ਸਿੱਖ ਸ਼ਬਦ ਨਹੀਂ ਵਰਤਿਆ। ਜੇ ਉਹ ਬੰਦਾ ਅਨੇਕਾਂ ਜੂਨਾਂ ਵੀ ਭਟਕਦਾ ਰਹੇ, ਉਹਦੇ ਅੰਦਰ ਨੂੰ ਟਿਕਾ, ਉਹਦੇ ਅੰਦਰ ਨੂੰ ਸ਼ਾਂਤੀ ਸਤਿਗੁਰੂ ਦੇ ਮਿਲਾਪ ਤੋਂ ਬਿਨਾਂ ਨਹੀਂ ਹੋ ਸਕਦੀ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੈ। ਪਿਆਰਿਓ, ਅਨੇਕਾਂ ਜੂਨਾਂ ਭਟਕਣ ਤੋਂ ਬਾਅਦ ਵੀ ਸੁੱਖ ਨਹੀਂ। ਇੱਕ ਹੋਰ ਸਤਿਗੁਰਾਂ ਦਾ ਬਚਨ, ਮੈਂ ਨੈਗੇਟਿਵ ਨਹੀਂ ਕਹਿ ਰਿਹਾ, ਕਿ ਸਤਿਗੁਰੂ ਤੋਂ ਬਿਨਾਂ ਮਹਾਰਾਜ ਦਾ ਇੱਕ ਬਚਨ ਹੈ ਕਿ ਸਤਿਗੁਰ ਤੇ ਜੋ ਮੂੰਹ ਫੇਰੈ ਮੱਥੇ ਤਿਨ ਕਾਲੇ। ਮਹਾਰਾਜ ਨੇ ਸ਼ਬਦ ਵਰਤੇ, ਜਿਹੜੇ ਗੁਰੂ ਤੋਂ ਆਪਣਾ ਮੂੰਹ ਫੇਰ ਜਾਂਦੇ ਆ, ਉਹਨਾਂ ਦੇ ਮੱਥੇ ਕਾਲੇ ਨੇ, ਉਹ ਦਿਨ ਰਾਤ ਦੁੱਖ ਵਿੱਚ ਪ੍ਰਵਿਰਤ ਰਹਿੰਦੇ ਆ। ਇੱਕ ਹੋਰ ਬਚਨ ਹੁੰਦਾ, ਸਤਿਗੁਰ ਤੇ ਜੋ ਮੂੰਹ ਫੇਰੈ ਸੇ ਭਰਮ ਦੇ ਨਾ ਟਿਕਨ, ਧਰਤ ਅਸਮਾਨ ਨਾ ਝਾਲੀ ਵਿੱਚ ਵਿਸ਼ਟਾ ਪਏ ਪਚਨ। ਜਿਹੜੇ ਬੰਦੇ ਸਤਿਗੁਰੂ ਤੋਂ ਬੇਮੁਖ ਹੋ ਗਏ, ਮਹਾਰਾਜ ਕਹਿੰਦੇ ਉਹ ਕਦੀ ਵੀ ਟਿਕ ਨਹੀਂ ਸਕਦੇ, ਕਦੀ ਭਟਕਣਾ ਨਹੀਂ ਮੁੱਕਣੀ ਉਹਨਾਂ ਦੀ। ਤੇ ਸੱਚ ਇਹ ਵੇ ਕਿ ਉਹਨਾਂ ਦੇ ਅੰਦਰ ਨਾ ਉਹਨਾਂ ਨੂੰ ਧਰਤੀ ਨੇ ਥਾਂ ਦੇਣਾ ਤੇ ਨਾ ਉਹਨਾਂ ਨੂੰ ਅਸਮਾਨ ਨੇ ਥਾਂ ਦੇਣਾ ਹੈ। ਫਿਰ ਮੇਰੀ ਅਰਜ਼ ਹੈ ਕਿ ਸਤਿਗੁਰੂ ਕਹਿੰਦੇ ਨੇ ਸਤਿਗੁਰੂ ਤੋਂ ਬਿਨਾਂ ਦੁੱਖ ਹੀ ਦੁੱਖ ਹੈ। ਹੁਣ ਅਗਲੀ ਬੇਨਤੀ, ਦੂਜਾ ਪੱਖ, ਸਤਿਗੁਰੂ ਵੀ ਉਹਨਾਂ ਨੂੰ ਮਿਲਦਾ ਜਿਹਦੇ ਤੇ ਪਰਮਾਤਮਾ ਦੀ ਨਜ਼ਰ ਹੁੰਦੀ ਹੈ। ਆਪਾਂ ਚਲੋ ਰੋਜ਼ ਪ੍ਰੇਰਨਾ ਤਾਂ ਦੇ ਰਹੇ ਹਾਂ ਨਾ ਜੀ ਕਿ ਅੰਮ੍ਰਿਤ ਛਕੀਏ, ਸਤਿਗੁਰੂ ਵਾਲੇ ਬਣੀਏ, ਪਰ ਜਦੋਂ ਸਤਿਗੁਰੂ ਦੇ ਬਚਨ ਮੈਂ ਪੜ੍ਹਨਾ ਤੇ ਉਦੋਂ ਮਨ 'ਚ ਆਉਂਦਾ, ਮਨਾ ਸਤਿਗੁਰੂ ਵੀ ਤਾਂ ਉਹਨਾਂ ਨੂੰ ਮਿਲਦਾ ਜਿਹਦੇ ਉੱਤੇ ਵਾਹਿਗੁਰੂ ਜੀ ਦੀ ਨਜ਼ਰ ਹੋਵੇ। ਪਰਮੇਸ਼ਵਰ ਜੀ ਨਜ਼ਰ ਕਰੇ ਤੇ ਸਤਿਗੁਰੂ ਮਿਲਦੇ ਨੇ। ਸਤਿਗੁਰੂ ਦੀਖਿਆ ਦੇ ਕੇ, ਗੁਰ ਪ੍ਰਸਾਦ ਵਰਤਾ ਕੇ ਇਸ ਟੁੱਟੇ ਹੋਏ ਨੂੰ ਪਰਮਾਤਮਾ ਨਾਲ ਜੋੜ ਦਿੰਦੇ ਨੇ। ਮਹਾਰਾਜ ਜੀ ਦੇ ਬਚਨ ਅਸੀਂ ਆਸਾ ਕੀ ਵਾਰ ਵੀ ਸੁਣਨੇ ਆ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਹਰ ਜੀਓ ਕਿਰਪਾ ਕਰੋ ਤੁਮ ਪਿਆਰੇ। ਹੇ ਖਰੀ ਜੀ, ਤੁਹਾਡੀ ਕਿਰਪਾ ਨਾਲ ਸਤਿਗੁਰੂ ਮਿਲਣਾ। ਉਹ ਬਚਨ ਹੈ, ਨਦਰ ਕਰੇ ਜੇ ਆਪਣੀ, ਜੇ ਤੁਸੀਂ ਵਾਹਿਗੁਰੂ ਜੀ ਆਪਣੀ ਨਜ਼ਰ ਕਰੋ ਕਰਤਾਰ ਜੀ, ਤੁਹਾਡੀ ਨਜ਼ਰ ਨਾਲ ਸਤਿਗੁਰੂ ਮਿਲਣਾ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹ ਜੀਓ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਪਿਆਰਿਓ, ਇਹ ਜੀਓ ਜਿਹੜੀ ਸਾਡੀ ਜਿੰਦ ਹੈ, ਕਿੰਨੇ ਜਨਮਾਂ ਦੀ ਭਟਕਦੀ ਫਿਰਦੀ। ਜਦੋਂ ਉਸ ਵਾਹਿਗੁਰੂ ਜੀ ਦੇ ਨਦਰ ਕੀਤੀ, ਨਦਰ ਨਾਲ ਸਤਿਗੁਰੂ ਮਿਲੇ ਤੇ ਸਤਿਗੁਰੂ ਨੇ ਇਸ ਭਟਕਦੀ ਹੋਈ ਜਿੰਦ ਨੂੰ ਗੁਰਮੰਤਰ ਸ਼ਬਦ ਸੁਣਾ ਦਿੱਤਾ, ਇਹਨੂੰ ਬਾਣੀ ਦਾ ਸ਼ਬਦ ਸੁਣਾਇਆ। ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰੂ ਸ਼ਬਦ ਸੁਣਾਇਆ। ਅੱਗੇ ਗੁਰੂ ਨਾਨਕ ਸਾਹਿਬ ਬਚਨ ਕਰਦੇ ਆ ਕਿ ਭਾਈ ਸਿੱਖੋ, ਸਤਿਗੁਰੂ ਤੋਂ ਵੱਡਾ ਕੋਈ ਦਾਤਾ ਨਹੀਂ। ਸਾਰੇ ਲੋਕ ਧਿਆਨ ਨਾਲ ਸੁਣੋ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਬਾਇਆ। ਉਹ ਧਰਤੀ ਦੇ ਲੋਕੋ, ਸਬਾਇਆ ਦਰ ਤੇ ਸਾਰੇ ਲੋਕੋ। ਮੈਂ ਕੂ ਕੂ ਕੇ ਕਹਿ ਰਿਹਾ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਿਤਾ ਕਹਿ ਰਿਹਾ, ਭਾਈ ਸੱਚ ਇਹ ਵੇ ਸਤਿਗੁਰੂ ਤੋਂ ਵੱਡਾ ਦਾਤਾ ਹੈ ਹੀ ਕੋਈ ਨਹੀਂ। ਮੈਂ ਬੇਨਤੀ ਕਰਾਂ, ਜਿਨ੍ਹਾਂ ਨੂੰ ਸਤਿਗੁਰੂ ਮਿਲੇ ਨਾ, ਉਹ ਯਾਦ ਰੱਖਣ, ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਸਤਿਗੁਰੂ ਨਹੀਂ ਮਿਲਦਾ। ਦੂਜੀ ਗੱਲ, ਇੱਕ ਬਚਨ ਅਸੀਂ ਹੋਰ ਪੜ੍ਹਨੇ, ਸੰਤ ਸਭਾ ਓਟ ਗੁਰ ਪੂਰੇ। ਇੱਕ ਸਤ ਸੰਗਤ, ਦੂਜੇ ਪੂਰੇ ਸਤਿਗੁਰਾਂ ਦੀ ਕਿਰਪਾ।
ਇਹ ਉਹਨਾਂ ਨੂੰ ਮਿਲਦੀ ਹੈ ਜਿਹੜੇ ਮੱਥੇ ਦੇ ਲੇਖ ਲਿਖਾ ਕੇ ਆਏ ਨੇ। ਸੰਤ ਸਭਾ ਓਟ ਗੁਰਪੂਰੇ ਧੁਰ ਮਸਤਕ ਲੇਖ ਲਿਖਾਏ। ਜਾਂ ਆਪਾਂ ਪੜ੍ਹਦੇ ਹਾਂ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਢੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਏਂਦਾ ਕੱਟੈ ਖੌਮੈ ਰੋਗ। ਪਿਆਰਿਓ, ਥੋੜੇ ਜਿਹੇ ਅਰਥ ਆਪਾਂ ਕਰ ਲੈਂਦੇ ਕਿ ਜਿਹੋ ਜਿਹਾ ਸਤਿਗੁਰੂ ਜੀ ਬਾਰੇ ਸੁਣਿਆ ਸੀ ਨਾ, ਉਹ ਹੁਣ ਮਹਿਸੂਸ ਕਰ ਲਿਆ, ਸਤਿਗੁਰੂ ਜੀ ਨੂੰ ਦੇਖ ਲਿਆ। ਉਹ ਕੀ ਕਰ ਰਹੇ ਨੇ ਸਤਿਗੁਰੂ ਜੀ? ਇੱਕ ਤਾਂ ਵਿਛੜਿਆ ਹੋਇਆਂ ਨੂੰ ਵਾਹਿਗੁਰੂ ਜੀ ਨਾਲ ਮਿਲਾਉਂਦੇ ਆ, ਤੇ ਬਾਕੀ ਜਿਹੜੇ ਜੀਵ ਨੇ ਪਾਪ ਕਰਮ ਕੀਤੇ ਨੇ, ਹਾਂ ਮੇਰੀ ਫਿਰ ਬੇਨਤੀ ਸੁਣਿਓ, ਇਹਦਾ ਮਤਲਬ ਇਹ ਨਹੀਂ ਕਿ ਸਤਿਗੁਰੂ ਵਾਲੇ ਬਣ ਕੇ ਬੰਦਾ ਪਾਪ ਵਿੱਚ ਪ੍ਰਵਿਰਤ ਰਹੇ। ਜਿਹੜੇ ਨੇ ਪਾਪ ਕਰਮ ਕੀਤੇ, ਪਹਿਲਾਂ ਭੁੱਲਾਂ ਕੀਤੀਆਂ, ਸਤਿਗੁਰੂ ਜੀ ਪਰਮੇਸ਼ਵਰ ਦੀ ਦਰਗਾਹ ਦੇ ਵਕੀਲ ਨੇ। ਫਿਰ ਬੇਨਤੀ ਹੈ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਢੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਏਂਦਾ ਕੱਟੈ ਖੌਮੈ ਰੋਗ। ਤੇ ਮਹਾਰਾਜ ਸਤਿਗੁਰੂ ਕਿਵੇਂ ਮਿਲਦਾ ਹੈ? ਨਾਨਕ ਸਤਿਗੁਰੂ ਤਿਨਾ ਮਿਲਾਇਣ ਜਿਨ੍ਹਾਂ ਧੁਰੇ ਪਿਆ ਸੰਜੋਗ। ਮੈਂ ਫਿਰ ਬੇਨਤੀ ਕਰਾਂਗੇ, ਤੇ ਸਤਿਗੁਰੂ ਕਹਿ ਰਹੇ ਨੇ ਕਿ ਜੁਗ ਜੁਗ ਭਟਕਦੀ ਹੈ ਆਤਮਾ, ਸਤਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰੋ, ਸਾਨੂੰ ਸਤਿਗੁਰੂ ਨਾਲ ਮਿਲਾ ਦੇਵੋ ਤੇ ਸ਼ਬਦ ਦੀ ਦਾਤ ਦੇਵਨ। ਰਹਾਉ। ਇਹ ਦੋ ਤੁਕਾਂ ਸਤਿਗੁਰਾਂ ਨੇ ਰਹਾਉ ਦੀਆਂ ਬਖਸ਼ਿਸ਼ ਕੀਤੀਆਂ ਹਨ। ਮਨਸਾ ਮਾਰ ਦੁਬਦਾ ਸਹਿਜ ਸਮਾਣੀ। ਹੁਣ ਜਦੋਂ ਸਤਿਗੁਰੂ ਜੀ ਨੇ ਸ਼ਬਦ ਦੀ ਦਾਤ ਦੇ ਦਿੱਤੀ, ਨਾਮ ਉਪਦੇਸ਼ ਦੇ ਦਿੱਤਾ, ਫਿਰ ਜ਼ਿੰਦਗੀ 'ਚ ਤਬਦੀਲੀ ਕੀ ਆਈ? ਮਨਸਾ ਮਾਰ ਦੁਬਿਧਾ ਸਹਿਜ ਸਮਾਣੀ। ਜਿਹੜੀ ਮਨਸਾ ਸੀ, ਮਨੀਸ਼ਾ ਜਿਹਨੂੰ ਕਿਹਾ ਜਾਂਦਾ ਹੈ, ਜਿਹੜੇ ਮਨ ਵਿੱਚ ਫੁਰਨੇ ਉੱਠਦੇ ਸਨ ਕਿਸੇ ਸ਼ੈ ਦੀ ਪ੍ਰਾਪਤੀ ਦੇ ਲਈ, ਕਹਿੰਦੇ ਪਰਮੇਸ਼ਵਰ ਜੀ ਨੇ ਕਿਰਪਾ ਕੀਤੀ, ਸਤਿਗੁਰੂ ਮਿਲੇ। ਸਤਿਗੁਰਾਂ ਨੇ ਇੰਨੀ ਕਿਰਪਾ ਕੀਤੀ, ਅੰਦਰੋਂ ਮਨੀਸ਼ਾ ਮਨ ਦੀ ਇੱਛਾਵਾਂ ਵਾਲੀ ਬਿਰਤੀ ਹੀ ਖਤਮ ਕਰ ਦਿੱਤੀ ਜੀ। ਫੁਰਨੇ ਹੀ ਕੋਈ ਨਹੀਂ ਉੱਠਦਾ ਜੀ, ਹੋਰ ਕੋਈ ਅੰਦਰ ਖਿਆਲ ਹੀ ਨਹੀਂ ਉੱਠਦਾ। ਜਿਵੇਂ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੂੰ ਸਤਿਗੁਰਾਂ ਨੇ 4 ਬਚਨ ਇੱਕ ਵਾਰੀ ਦਿੱਤੇ, 3 ਬਚਨ ਇੱਕ ਵਾਰੀ ਦਿੱਤੇ, 2 ਵਾਰੀ ਘੋੜੇ ਜਦੋਂ ਲੈ ਕੇ ਆਏ। ਤੇ ਭਾਈ ਬਿਧੀ ਚੰਦ ਜੀ ਨੇ ਇੱਕ ਦਾਤ ਹੋਰ ਚੌਥੀ ਮੰਗੀ ਸਤਿਗੁਰਾਂ ਤੋਂ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਆਪ ਜੀ ਨੇ ਇਹ 3 ਬਚਨ ਕਹਿ ਦਿੱਤੇ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਪ੍ਰੇਮ ਭਗਤ ਭੀਨਾ ਕਦੇ ਕਮੀ ਨਾ ਹੈ। ਤੇ ਇੱਕ ਬਚਨ ਹੋਰ ਕਿਰਪਾ ਕਰੋ। ਮਹਾਰਾਜ ਜੀ ਕਹਿੰਦੇ ਦੱਸੋ ਜੀ। ਤੇ ਭਾਈ ਬਿਧੀ ਚੰਦ ਜੀ, ਬਹਾਦਰ ਭਾਈ ਬਿਧੀ ਚੰਦ ਜੀ, ਉਹਨਾਂ ਨੇ ਕਿਹਾ ਸੱਚੇ ਪਾਤਸ਼ਾਹ ਚੌਥੀ ਕਿਰਪਾ ਇਹ ਕਰੋ, ਅੱਜ ਤੋਂ ਬਾਅਦ ਮਨ ਵਿੱਚ ਮੰਗਣ ਵਾਲੀ ਬਿਰਤੀ ਹੀ ਖਤਮ ਹੋ ਜਾਏ, ਫੁਰਨਾ ਹੀ ਕੋਈ ਨਾ ਉੱਠੇ, ਮਨੀਸ਼ਾ ਕਹਿ ਲਓ। ਮਹਾਰਾਜ ਕਹਿੰਦੇ ਇੱਕ ਤਾਂ ਸਤਿਗੁਰਾਂ ਨੇ, ਪਿਆਰਿਓ ਸੱਚੀ ਤੁਹਾਨੂੰ ਦੱਸਾਂ, ਇਹ ਇੱਛਾਵਾਂ ਹੀ ਬੁੱਧ, ਮਹਾਤਮਾ ਬੁੱਧ ਇਹ ਗੱਲ ਕਹਿੰਦੇ ਸਨ, ਇੱਛਾਵਾਂ ਹੀ ਦੁੱਖ ਦਿੰਦੀਆਂ ਨੇ। ਇੱਕ ਹੀ ਪੂਰੀ ਹੁੰਦੀ ਹੈ, ਦੂਜੀ ਫਿਰ ਉੱਠ ਪੈਂਦੀ, ਇਹ ਕਦੀ ਸ਼ਾਂਤ ਹੁੰਦੀਆਂ ਨੇ ਜੀ। ਮਨਸ਼ਾ ਮੈਂ ਕਹਾਂਗਾ ਇਹੋ ਜਿਹਾ ਸ਼ਬਦ ਹੈ ਮਨੀਸ਼ਾ, ਜਿਵੇਂ ਇਹ ਸਮੁੰਦਰ ਦਾ ਪਾਣੀ ਨਹੀਂ, ਲਹਿਰਾਂ ਉੱਠਦੀਆਂ ਨੇ, ਜੇ ਇੱਕ ਸ਼ਾਂਤ ਨਹੀਂ ਹੁੰਦੀ ਦੂਜੀ ਫਿਰ ਤੀਜੀ। ਪਿਆਰਿਓ ਚੇਤੇ ਰੱਖਿਓ, ਸਮੁੰਦਰ ਤਾਂ ਸ਼ਾਇਦ ਕਿਤੇ ਟਿਕ ਜਾਏ, ਇਹ ਭਟਕਦਾ ਹੋਇਆ ਮਨ ਨਾ ਦਿਨੇ ਟਿਕਦਾ ਨਾ ਰਾਤ ਟਿਕਦਾ। ਜਿਹਨੂੰ ਸਤਿਗੁਰੂ ਮਿਲ ਗਿਆ, ਇੱਕ ਤਾਂ ਮਨਸਾ ਖਤਮ ਹੋ ਗਈ, ਇੱਕ ਦੁਬਿਧਾ ਦੁਭਾਂਤੀ ਚਾਲ, ਖੱਬੇ ਵੀ ਚੱਲੇ ਜਾਣਾ ਸੱਜੇ ਵੀ ਚੱਲੀ ਜਾਣਾ। ਤੇ ਇਸ ਦੁਬਿਧਾ ਨੇ ਬੜੇ ਬੜੇ ਬੰਦੇ ਖਤਮ ਕਰ ਦਿੱਤੇ। ਚਲੋ ਇਸ ਸੰਬੰਧੀ ਮੈਂ ਬੜਾ ਸੰਖੇਪ ਜੀ ਬੇਨਤੀ ਕਰਾਂਗਾ ਕਿ ਦੁਬਿਧਾ ਵਿੱਚ ਫਸਿਆ ਹੋਇਆ ਮਨ ਕਦੀ ਵੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। 2 ਬੇੜੀਆਂ ਤੇ ਲੱਤਾਂ ਰੱਖਣ ਵਾਲਾ ਕਦੀ ਦਰਿਆ ਪਾਰ ਹੁੰਦਾ ਦੇਖਿਆ? 2 ਬੰਦਿਆਂ ਨੂੰ ਬੰਦਾ ਦਲਦਲ 'ਚ ਫਸਿਆ ਹੋਵੇ, ਇੱਕ ਖੱਬੇ ਬਾਂਹ ਕਿਸੇ ਨੂੰ ਪਕੜਾ ਦੇ, ਦੂਜੀ ਸੱਜੇ, ਦੋਵਾਂ ਪਾਸੇ ਖਿੱਚਣ ਵਾਲੇ ਬਾਹਾਂ ਹੋਣ, ਤੇ ਕਦੀ ਬੰਦਾ ਦਲਦਲ ਵਿੱਚੋਂ ਨਿਕਲਦਾ ਦਿਸਿਆ? ਇਸ ਦੁਬਿਧਾ ਨੇ ਬੜੇ ਘਰ ਗਾਲ ਦਿੱਤੇ ਆ। ਮੈਨੂੰ ਯਾਦ ਹੈ ਕਿ ਬੁੱਲਾ ਤੁਰਿਆ ਹੁੰਦਾ ਸੀ, ਅਨਾਇਤ ਸ਼ਾਹ ਉਹਦਾ ਮੁਰਸ਼ਦ ਸੀ। ਮੈਂ ਬੜੀ ਸੰਖੇਪ ਕਹਾਣੀ ਜਾਂ ਸਾਖੀ ਕਹਿ ਰਿਹਾ, ਕਿਉਂਕਿ ਕੱਲ ਕੇ ਸੱਜਣ ਨੇ ਕਿਹਾ ਵੀ ਜੀ ਵੀ ਤੁਸੀਂ ਸਾਖੀ ਜ਼ਰੂਰ ਕਰਿਆ ਕਰੋ। ਉਂਝ ਮੈਂ ਫਿਰ ਬੇਨਤੀ ਕਰਾਂਗਾ, ਸ਼ਬਦ ਨੂੰ ਸ਼ਬਦ ਨਾਲ ਖੋਲ੍ਹਣ ਦਾ ਆਨੰਦ ਹੀ ਵੱਖਰਾ ਹੈ, ਪਰ ਉਹਦਾ ਤਾਂ ਆਨੰਦ ਜੇ ਬੰਦਾ ਸਹਿਜ ਪਾਠ ਕਰੇ ਤਾਂ, ਜੇ ਸ਼ਬਦ ਦੀ ਸੋਝੀ ਹੋਵੇ ਤਾਂ। ਫਿਰ ਅਰਜ ਹੈ, ਬੁੱਲਾ ਤੁਰਿਆ ਆ ਰਿਹਾ, ਅਨਾਇਤ ਸ਼ਾਹ ਉਹਨੇ ਮੁਰਸ਼ਦ ਧਾਰਨ ਕਰ ਲਿਆ ਬੁੱਲੇ ਨੇ, ਤੇ ਦੁਬਿਧਾ ਸੀ ਉਹ ਅਰਾਈ ਤੇ ਮੈਂ ਸਜਦ। ਉਹ ਨਾ ਨੀਵੀਂ ਪਾ ਕੇ ਗਲੀ 'ਚ ਤੁਰਿਆ ਆਵੇ, ਕਦੀ ਖੱਬੇ ਨੂੰ ਹੋ ਜਾਏ ਨੀਵੀਂ ਪਾਈ, ਕਦੀ ਗਲੀ ਦੇ ਸੱਜੇ ਹੋ ਜਾਏ। ਇੰਨੀ ਦੇਰ ਨੂੰ ਇੱਕ ਬੀਬੀ
ਆਪਣੇ ਸਿਰ ਤੇ ਗੋਹਾ ਚੁੱਕ ਕੇ ਤੁਰੀ ਆਵੇ, ਗਿੱਲਾ ਗੋਹਾ ਜਿਹੜੇ ਚੁੱਕਦੇ ਹੁੰਦੇ ਸਨ, ਤੇ ਉਹਦੇ ਵਿੱਚੋਂ ਗੰਦਾ ਪਾਣੀ ਝੋ ਰਿਹਾ ਸੀ। ਉਹਨੇ ਵੇਖਿਆ ਵੀ ਤੁਰਿਆ ਹੁੰਦਾ, ਕਦੀ ਖੱਬੇ ਹੋ ਜਾਂਦਾ ਕਦੀ ਸੱਜੇ, ਉਹ ਵੀ ਵਿਚਾਰੀ ਕਦੀ ਖੱਬੇ ਹੋਵੇ ਸੱਜੇ ਹੋਵੇ ਤੇ ਛਿੱਟਾਂ ਨਾ ਪੈ ਜਾਣ। ਉਹ ਜਦੋਂ ਨਾ ਹਟਿਆ ਖੱਬੇ ਸੱਜੇ ਵੱਧਦਾ ਵੱਧਦਾ ਅੱਗੇ ਆ ਗਿਆ, ਕਿਹਾ ਜਾਂਦਾ ਉਹਨੇ ਇੱਕੋ ਗੱਲ ਕਹੀ, ਵੇ ਬੁੱਲਿਆ, ਇੱਕ ਪਾਸੇ ਹੋ ਜਾ, ਜਾਂ ਖੱਬੇ ਹੋ ਜਾ ਜਾਂ ਸੱਜੇ ਹੋਏ, ਦੋਵੇਂ ਪਾਸੇ ਚੱਲੇਗਾ ਤੇ ਛਿੱਟਾਂ ਪੈ ਜਾਣਗੀਆਂ। ਉਹਨੇ ਉਸੇ ਗੱਲ ਨੂੰ ਪਕੜ ਲਿਆ, ਕਹਿੰਦਾ ਵਾਕਈ ਮੈਂ ਦੁਬਦਾ ਚਾਂ, ਕਦੀ ਅਨਾਇਤ ਸ਼ਾਹ ਨੂੰ ਚੇਤੇ ਕਰਨਾ ਤੇ ਕਦੀ ਸਈਦਾਂ ਦੀ ਕੁੱਲ ਵੇਖਣਾ, ਬਸ ਹੁਣ ਇੱਕ ਪਾਸੇ ਮੁਰਸ਼ਿਦ ਵਾਲੇ ਪਾਸੇ ਹੋਵਾਂਗਾ। ਮੈਂ ਫਿਰ ਬੇਨਤੀ ਕਰਾਂਗਾ, ਮਹਾਰਾਜ ਕਹਿੰਦੇ ਜਿਸ ਨੂੰ ਸਤਿਗੁਰੂ ਮਿਲ ਜਾਏ ਮਨੀਸ਼ਾ ਖਤਮ ਹੋ ਗਈ, ਮਨ ਦੀ ਦੁਬਦਾ ਜਿਹੜੀ ਉਹ ਮਰ ਗਈ। ਮਨਸਾ ਮਾਰ ਦੁਬਦਾ ਸਹਿਜ ਸਮਾਣੀ, ਜਿਹੜੀ ਦੁਬਦਾ ਸੀ ਨਾ ਜੀ ਉਹ ਪਲਟ ਗਈ, ਉਲਟ ਗਈ, ਕੀ ਹੋ ਗਈ? ਅਡੋਲ ਅਵਸਥਾ ਹੋ ਗਈ। ਜਿਹੜਾ ਡੋਲ ਦਾ ਮਨ ਸੀ ਉਹ ਸਹਿਜ ਵਿੱਚ ਟਿਕਿਆ ਹੈ। ਪਾਇਆ ਨਾਮ ਅਪਾਰਾ, ਤੇ ਉਸ ਅਪਾਰ ਵਾਹਿਗੁਰੂ ਜੀ ਦੇ ਨਾਮ ਦੀ ਪ੍ਰਾਪਤੀ ਕੀਤੀ ਹੈ। ਹਰ ਰਸ ਚਾਖ ਮਨ ਨਿਰਮਲ ਹੋਆ, ਹਰੀ ਪਰਮਾਤਮਾ ਦੇ ਰਸ ਨੂੰ ਚਖਿਆ ਤੇ ਮੈਲਾ ਮਨ ਨਿਰਮਲ ਹੋਇਆ ਹੈ। ਕਿਲ ਬਿਖ ਕਾਟਣ ਹਾਰਾ, ਤੇ ਜਿਹੜਾ ਨਾਮ ਸਾਡੇ ਅੰਦਰ ਕਈ ਜਨਮਾਂ ਦੇ ਪਾਪਾਂ ਦੀਆਂ ਜੜ੍ਹਾਂ ਪਈਆਂ ਨੇ। ਮੈਂ ਇੱਕ ਵਾਰ ਬੇਨਤੀ ਕੀਤੀ ਸੀ, ਗੁਰਮਖੋ, ਬੰਦਾ ਬਿਮਾਰ ਹੁੰਦਾ ਨਾ, ਕੋਈ ਭੈੜੀ ਬਿਮਾਰੀ ਲੱਗ ਜਾਏ, ਡਾਕਟਰ ਕਹਿੰਦਾ ਇਹਦੇ ਸੈੱਲ ਫਿਰ ਉੱਠ ਬੈਠੇ ਆ, ਤੇ ਕਈ ਵਾਰੀ ਹੁਣ ਚਲੋ ਦੱਸ ਵੀ ਦਿੰਦੇ ਆ, ਨਹੀਂ ਜੀ ਬਸ ਹੱਥ ਖੜੇ ਹੋ ਗਏ। ਜਦੋਂ ਬੰਦਾ ਸਰੀਰ ਛੱਡ ਜਾਂਦਾ ਨਾ ਬਹੁਤ ਔਖੀ ਬਿਮਾਰੀ ਚੋਂ, ਭੈੜੀ ਬਿਮਾਰੀ ਚੋਂ, ਉਦੋਂ ਫਿਰ ਕਈ ਵਾਰੀ ਪਰਿਵਾਰ ਵੀ ਕਹਿਣ ਲੱਗ ਪੈਂਦਾ ਚਲੋ ਵਿਚਾਰਾ ਛੁੱਟ ਗਿਆ, ਦੁੱਖ ਬੜਾ ਪਾਇਆ। ਸੱਚੀ ਮੁੱਚੀ ਕਹਿੰਦੇ ਆ, ਸਮਝੌਤਾ ਕਰ ਲੈਂਦੇ ਆ ਨਾ, ਤੇ ਕਰਨਾ ਪੈਂਦਾ ਹੈ। ਚਲੋ ਛੁੱਟ ਗਿਆ, ਦੁੱਖ ਬੜਾ ਪਾਇਆ। ਪਿਆਰਿਓ, ਸਰੀਰ ਨੂੰ ਲੱਗੇ ਕੋਈ ਬਿਮਾਰੀ ਦੇ ਕੀਟਾਣੂ, ਜਿਸਮ ਵਿੱਚੋਂ ਜੋਤ ਨਿਕਲੇ ਤੇ ਕਹਾਂਗੇ ਸ਼ੁਕਰ ਹੋਇਆ ਛੁੱਟ ਗਿਆ। ਪਰ ਜਿਸ ਬੰਦੇ ਦੇ ਅੰਦਰ ਖੌਮੇ ਦੇ ਕੀਟਾਣੂ ਆ ਗਏ ਨਾ, ਜਿਹਦਾ ਮਨ ਮੈਲਾ ਹੋ ਗਿਆ, ਸਰੀਰ ਛੁੱਟ ਜਾਊਗਾ, ਇਹ ਕੀਟਾਣੂ ਅਗਲੇ ਜਨਮ ਫਿਰ ਪਹੁੰਚ ਜਾਣੇ, ਕਿਉਂਕਿ ਇਹਦੇ ਨਾਲ ਛੁਟਕਾਰਾ ਨਹੀਂ ਹੋਣਾ। ਇੱਥੇ ਸਤਿਗੁਰੂ ਸ਼ਬਦ ਵਰਤ ਰਿਹਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਖਰੀ ਪਰਮਾਤਮਾ ਦਾ ਰਸ ਚਖਿਆ ਹੈ। ਤੇ ਸੱਚ ਇਹ ਵੇ ਕਿ ਜਿਹੜੇ ਜਨਮਾਂ ਦੇ ਕਿਲਵਿਕ ਪਾਪ ਸਨ ਉਹ ਕੱਟੇ ਗਏ ਹਨ। ਸਬਦ ਮਰਹੋ ਫਿਰ ਜੀਵੋ ਸਦ ਹੀ, ਸਤਿਗੁਰੂ ਕਹਿੰਦੇ ਨੇ ਜੇ ਮਰਨਾ ਹੈ ਭਾਈ ਸ਼ਬਦ ਵਿੱਚ ਮਰੋ ਓਏ। ਇਹ ਵੀ ਫਿਰ ਕਿਸੇ ਦਿਨ ਅਰਜ਼ ਕਰਾਂਗਾ, ਰਹੋ ਵਿਚਾਰ। ਸ਼ਬਦ ਵੀ ਜਿਹੜਾ ਮਰ ਜਾਏ। ਉਂਝ ਵੈਸੇ ਦਾਸ ਨੇ ਬੇਨਤੀ ਕੀਤੀ ਸੀ, ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਪਾਠ ਕਰਨੇ ਆ, ਜਿੰਨੀ ਕੁ ਸਮਝ ਪਈ, 3 ਤਰ੍ਹਾਂ ਦੀ ਮੌਤ ਦਾ ਜ਼ਿਕਰ ਕੀਤਾ ਹੈ। ਇੱਕ ਤਾਂ ਫਿਜ਼ੀਕਲ ਡੈਥ ਹੈ ਕਿ ਜਿਹੜਾ ਜੰਮਿਆ ਉਹਨੇ ਮਰਨਾ ਹੀ ਮਰਨਾ ਹੈ, ਮਰਨ ਲਿਖਾਏ ਮੰਡਲ ਮੈਂ ਆਏ, ਸਭ ਨੇ ਮਰਨਾ ਹੈ। ਦੂਸਰੀ ਮੌਤ ਹੈ ਬੰਦਾ ਜਿਉਂਦਾ ਹੈ, ਖਾਂਦਾ ਪੀਂਦਾ ਹੈ, ਹਉਮੈ ਵਿੱਚ ਲਲਕਾਰੇ ਮਾਰਦਾ, ਪਰ ਵਾਹਿਗੁਰੂ ਚੇਤੇ ਨਹੀਂ। ਗੁਰੂ ਜੀ ਕਹਿੰਦੇ ਨੇ ਇਹ ਵੀ ਮਰਿਆ ਹੋਇਆ ਹੈ। ਮਿਰਤਕ ਕਈਆਂ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ, ਤਿਨ ਸੁਣੀ ਦੇ ਫਿਰੈ ਬਿਨ ਨਾਮੈ, ਉਹ ਖੱਪ ਖੱਪ ਮੂਵੇ ਕਰਾਂਝਾ, ਚਲਦੀ ਫਿਰਦੀ ਲਾਸ਼। ਇੱਕ ਆ ਹੈ ਪਿਆਰਿਓ, ਜਿਹੜਾ ਸ਼ਬਦ ਮਰੋ ਫਿਰ ਜੀਵੋ ਸਦਕੇ, ਜਿਹੜਾ ਸ਼ਬਦ ਵਿੱਚ ਆਪਣੇ ਆਪ ਨੂੰ ਮਾਰ ਦੇਵੇ ਉਹ ਸਦੀਵ ਕਾਲ ਲਈ ਜਿੰਦਾ ਹੈ। ਤਾ ਫਿਰ ਮਰਨ ਨਾ ਹੋਈ, ਸ਼ਬਦ ਵਿੱਚ ਮਰਨ ਵਾਲੇ ਨੂੰ ਦੁਬਾਰਾ ਮੌਤ ਦਾ ਭੈ ਨਹੀਂ ਰਹਿੰਦਾ, ਉਹਦਾ ਜਨਮ ਮਰਨ ਕੱਟਿਆ ਜਾਂਦਾ ਹੈ। ਅੰਮ੍ਰਿਤ ਨਾਮ ਸਦਾ ਮਨ ਮੀਠਾ, ਪਿਆਰਿਓ ਜਿਹੜਾ ਪਰਮੇਸ਼ਵਰ ਦਾ ਨਾਮ ਅੰਮ੍ਰਿਤ ਹੈ, ਇਹ ਸਦੀਵ ਕਾਲ ਵਾਸਤੇ ਮਿਠਾਸ ਦੇਣ ਵਾਲਾ ਹੈ। ਸਬਦੇ ਪਾਵੈ ਕੋਈ, ਪਰ ਕੋਈ ਟਾਵਾਂ ਪਰਮੇਸ਼ਵਰ ਦੀ ਕਿਰਪਾ ਨਾਲ ਇਸ ਸ਼ਬਦ ਰਾਹੀਂ, ਸ਼ਬਦ ਦੀ ਬਦੌਲਤ ਇਹ ਦਾਤ ਪ੍ਰਾਪਤ ਕਰਦਾ ਹੈ। ਦਾਤਾ ਦਾਤ ਰੱਖੀ ਹੱਥ ਆਪਣਾ, ਇਹ ਸਾਰੀਆਂ ਦਾਤਾਂ ਜਿਹੜੀਆਂ ਨੇ ਇਹ ਦਾਤੇ ਨੇ ਆਪਣੇ ਹੱਥ 'ਚ ਰੱਖੀਆਂ ਨੇ, ਕਿਸੇ ਬੰਦੇ ਦੇ ਹੱਥ 'ਚ ਨਹੀਂ ਜੀ। ਤੇ ਉਹਦੀ ਆਪਣੀ ਮਰਜ਼ੀ ਹੈ, ਜਿਹਨੂੰ ਮਰਜ਼ੀ ਦੇ, ਜਿਹਨੂੰ ਮਰਜ਼ੀ ਨਾ ਦੇ। ਇਹ ਕੋਈ ਸਿਲੇਬਸ ਥੋੜਾ। ਜੇ ਆਪਾਂ ਕਹੀਏ ਜੀ ਕਮਾਈਆਂ ਕਰ ਕਰਕੇ ਵੀ, ਕਹਿੰਦੇ ਹਨ ਕਮਾਈ ਕਰ ਕਰਕੇ ਦਾਤ ਮਿਲੀ, ਪਿਆਰਿਓ ਜਿਹੜੀ ਚੀਜ਼ ਕਮਾਈ ਕਰਕੇ ਮਿਲ ਜਾਏ ਉਹ ਦਾਤ ਨਹੀਂ ਹੁੰਦੀ, ਉਹ ਹੱਕ ਹੋ ਜਾਂਦਾ ਹੈ। ਕਮਾਈ ਕੀਤੀ ਤੇ ਹੱਕ ਮਿਲ ਗਿਆ, ਮਿਹਨਤਾਂ ਨਾਲ ਮਿਲ ਗਿਆ। ਇਹ ਕਨੇਗੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੇ ਦਸ। ਜਿਹੜੀ ਦਾਤ ਹੈ ਉਹ ਸਾਹਿਬ ਦੀ ਦਿਆਲਤਾ 'ਚ ਮਿਲਦੀ ਏ। ਇਹ ਦਾਤ ਕਿਤੇ ਆਪਣੀ ਕਮਾਈ ਨਾਲ ਮਿਲਦੀ,
ਇਸੇ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਪਾਕ ਪਟਨ ਗਏ, ਮੈਂ ਤਾਂ ਅਰਜ਼ ਕਰਨ ਲੱਗਾ ਵੀ ਦਾਤੇ ਦੇ ਹੱਥ ਵਿੱਚ ਦਾਤ ਹੈ, ਕਿਸੇ ਬੰਦੇ ਦੇ ਹੱਥ ਨਹੀਂ। ਤੇ ਜੇ ਬੰਦਿਆਂ ਦੇ ਹੱਥ 'ਚ ਹੁੰਦੀ ਨਾ, ਮੰਨ ਲਓ ਵਾਹਿਗੁਰੂ ਜੀ ਸਾਡੇ ਤੋਂ ਪੁੱਛ ਲੈਣ ਵੀ ਇਹਨਾਂ ਨੂੰ ਕੋਈ ਦਈਏ ਕਿ ਨਾ, ਚੇਤੇ ਰੱਖਿਓ ਇੱਥੇ ਬੰਦਾ ਸਕੇ ਭਰਾ ਨੂੰ ਵੀ ਰਾਤ ਰੋਟੀ ਨਾ ਖਾਂਦਾ। ਇਸਕੇ ਹੱਥ ਹੋਏ ਤਾਂ ਸਭ ਕੁਛ ਲੈ, ਇਹਦੇ ਹੱਥ ਵਿੱਚ ਹੋਦਾ ਤੇ ਸਭ ਕੁਝ ਕਹੇ ਮੇਰੇ ਕੋਲ ਆ ਜਾਏ, ਕਿਸੇ ਹੋਰ ਕੋਲ ਨਹੀਂ ਚਾਹੀਦਾ। ਇਹ ਦਾਤੇ ਦੇ ਹੱਥ ਵਿੱਚ ਦਾਤ ਹੈ ਜੀ। ਬਿਓ ਪੁੱਛਣਾ ਮਸਲ ਧਰੈ, ਜੋ ਕਿਛ ਕਰਾ ਸੋ ਆਪੇ ਕਰਾ, ਕਿਸੇ ਦੀ ਸਲਾਹ ਨਹੀਂ ਲੈਂਦਾ, ਪਤਾ ਨਹੀਂ ਕਿਹਨੂੰ ਦਾਤ ਦੇਣੀ। ਮਹਾਰਾਜ ਪਾਕ ਪਟਨ ਗਏ, ਅੰਮ੍ਰਿਤ ਵੇਲਾ ਸੀ ਤੇ ਉੱਥੇ ਇੱਕ ਮੁਰੀਦ ਬਾਬਾ ਜੀ ਦੇ ਸਥਾਨ ਦਾ ਗਾ ਰਿਹਾ ਸੀ ਕਿ ਪਹਿਲੇ ਪੈਰੇ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਗਨ ਲਹਨ ਸੇ ਸਾਈਂ ਕੰਨੋ ਦਾਤ। ਪਹਿਲਾ ਪੈਰ ਇਬਾਦਤ ਇਸ ਤਰ੍ਹਾਂ ਜਿਵੇਂ ਖਿੜੇ ਹੋਏ ਫੁੱਲ ਨੇ, ਪਿਛਲ ਪੈਰ ਇਸ ਤਰ੍ਹਾਂ ਜਿਵੇਂ ਰਸ ਨਾਲ ਭਰੇ ਫਲ ਨੇ, ਪਰ ਜਿਹੜੇ ਜਾਗਣਗੇ ਦਾਤ ਉਹਨਾਂ ਨੂੰ ਮਿਲੇਗੀ। ਧਿਆਨ ਨਾਲ ਸੁਣਿਓ, ਜੋ ਜਗਨ ਲਹਨ ਸੇ ਸਾਈਂ ਕੰਨੋ ਦਾਤ। ਮਹਾਰਾਜ ਜੀ ਨੇ ਸੁਣ ਕੇ ਕਿਹਾ, ਵੇ ਮਰਦਾਨਿਆਂ ਸੁਣੇ ਕੀ ਕਹਿੰਦੇ ਪਏ ਨੇ। ਉਹ ਫਿਰ ਕਹਿ ਰਿਹਾ ਸੀ, ਜੋ ਜਗਨ ਲਹਨ ਸੇ ਸਾਈਂ ਕੰਨੋ ਦਾਤ। ਮਹਾਰਾਜ ਹੱਸ ਕੇ ਕਹਿੰਦੇ ਨੇ, ਨਹੀਂ, ਦਾਤਾਂ ਜਾ ਕੇ ਨਹੀਂ ਮਿਲਦੀਆਂ, ਦਾਤਾਂ ਦਾਤੇ ਦੀ ਰਹਿਮ ਨਾਲ ਮਿਲਦੀਆਂ ਨੇ। ਮਹਾਰਾਜ ਜੀ ਨੇ ਉੱਤੇ ਸ਼ਲੋਕ ਕਿਹਾ ਜੀ, ਦਾਤੀ ਸਾਹਿਬ ਸੰਦੀਆਂ। ਇਹ ਦਾਤਾਂ ਸਾਰੀਆਂ ਵਾਹਿਗੁਰੂ ਜੀ ਦੀਆਂ ਨੇ, ਬੰਦੇ ਦੇ ਹੱਥ 'ਚ ਨਹੀਂ। ਕਿਆ ਚੱਲੇ ਤਿਸ ਨਾਲ, ਉਸ ਦਾਤ ਪ੍ਰਾਪਤ ਕਰਨ ਲਈ ਕੋਈ ਤਾਕਤ ਕੰਮ ਕਰੇਗੀ ਨਹੀਂ। ਦਾਤੀ ਸਾਹਿਬ ਸੰਦੀਆਂ ਕਿਆ ਚੱਲੇ ਤਿਸ ਨਾਲ, ਇੱਕ ਜਗੰਦੇ ਨਾ ਲੈਣ, ਇੱਕ ਸੁੱਤਿਆਂ ਦੇ ਉਠਾਲ। ਇੱਕ ਜਾਗਦੇ ਖਾਲੀ ਰਹਿ ਗਏ, ਦੂਜੀ ਸੁੱਤਿਆਂ ਨੂੰ ਦੇ ਦਿੱਤੀ। ਦਾਤੈ ਦਾਤ ਰੱਖੀ ਖਤ ਆਪਣੇ, ਦਾਤੇ ਨੇ ਆਪਣੇ ਖਤ ਵਿੱਚ ਹੀ ਦਾਤਾਂ ਰੱਖੀਆਂ ਹਨ। ਜਿਸ ਭਾਵੈ ਤਿਸ ਦੇਈ। ਪਿਆਰਿਓ, ਜਿਹੜਾ ਉਹਨੂੰ ਚੰਗਾ ਲੱਗੇ ਉਹਨੂੰ ਦੇ ਦਿੰਦਾ। ਹੁਣ ਮੇਰੇ ਵਰਗਾ ਕਹਿਣ ਨੂੰ ਕਿਉਂ ਦਿੱਤੀ? ਮਹਾਰਾਜ ਨੇ ਤੇ ਕਿਹਾ, ਜਿਸ ਤੂੰ ਦੇਹ ਤਿਸੈ ਕਿਆ ਚਾਰਾ। ਅਸੀਂ ਰੋਜ਼ ਪਾਠ ਕਰਨੇ, ਜਿਸ ਨੂੰ ਤੁਸੀਂ ਦਾਤ ਦੇ ਦਿਓ, ਸਾਰੀ ਦੁਨੀਆ ਜ਼ੋਰ ਲਾ ਲੈ, ਬੰਦਾ ਖਤਮ ਕਰ ਦੇਣਾ, ਇਹਨੂੰ ਅੱਗੇ ਨਹੀਂ ਵਧਣ ਦੇਣਾ। ਯਾਦ ਰੱਖਿਓ, ਜਿਹਨੂੰ ਪਰਮਾਤਮਾ ਦਾਤ ਦੇਵੇ, ਲੱਖਾਂ ਵਿਰੋਧੀ ਵੀ ਉਹਦੀ ਦਾਤ ਨੂੰ ਨਹੀਂ ਖੋ ਸਕਦੇ, ਤੇ ਜਿਹਨੂੰ ਨਹੀਂ ਦੇਣੀ, ਲੱਖਾਂ ਉਹਦੇ ਪਿੱਛੇ ਜਿੰਦਾਬਾਦ ਕਰੀ ਜੇ, ਉਹਨੂੰ ਕੁਝ ਵੀ ਨਹੀਂ ਮਿਲਣਾ। ਫਿਰ ਬੇਨਤੀ ਹੈ, ਜਿਸ ਤੂੰ ਦੇ ਤਿਸੈ ਕਿਆ ਚਾਰਾ। ਇੱਥੇ ਸਤਿਗੁਰੂ ਕਹਿੰਦੇ ਨੇ, ਦਾਤਾ ਦਾਤ ਰੱਖੀ ਹੱਥ ਆਪਣੇ, ਜਿਸ ਭਾਵ ਹੈ ਉਹਦੀ ਮਰਜ਼ੀ, ਜਿਹੜਾ ਚੰਗਾ ਲੱਗ ਜਾਏ ਉਹਨੂੰ ਦਾਤ ਦਿੰਦਾ ਹੈ। ਨਾਨਕ ਨਾਮ ਰਤੇ ਸੁਖ ਪਾਇਆ। ਸਤਿਗੁਰੂ ਗੁਰੂ ਅਮਰਦਾਸ ਕਹਿੰਦੇ ਨੇ, ਭਾਈ ਗੁਰਸਿੱਖੋ, ਜਿਹੜੇ ਵਾਹਿਗੁਰੂ ਜੀ ਦੇ ਨਾਮ 'ਚ ਰਤੇ ਹੋਇਆ, ਉਹਨਾਂ ਨੇ ਆਤਮਿਕ ਸੁਖ ਪਾਇਆ ਹੈ। ਦਰਗਹ ਜਾਪਹਿ ਸੇਈ। ਪਾਰ ਬ੍ਰਹਮ ਪਰਮੇਸ਼ਵਰ ਦੀ ਦਰਗਾਹ ਵਿੱਚ ਭਾਈ ਜਿਨ੍ਹਾਂ ਨੂੰ ਨਾਮ ਦੀ ਦਾਤ ਮਿਲੀ, ਉਹੀ ਪ੍ਰਵਾਨ ਨੇ, ਉਹ ਸੁਰਖਰੂ ਨੇ, ਉਹਨਾਂ ਨੂੰ ਮਾਣ ਸਨਮਾਨ ਮਿਲਦਾ ਹੈ।